बिल्कुल कौमिता जी, ਜਿਹੜੀਆਂ पिछले 2 ਦਿਨਾਂ ਤੋਂ ਕਣਸੂਆਂ ਨਿਕਲ ਕੇ ਆਈਆਂ, ਖਬਰਾਂ ਨਿਕਲ ਕੇ ਆਈਆਂ, ਉਹ ਇਹੀ ਆਈਆਂ ਕਿ ਦਿੱਲੀ ਦਰਬਾਰ ਦੇ ਵਿੱਚ ਕੇਂਦਰ ਸਰਕਾਰ ਦੇ ਅੰਦਰ ਭਾਜਪਾ ਦੇ ਅੰਦਰ ਬੈਠਕ ਦਰ ਬੈਠਕਾਂ ਦਾ ਦੌਰ ਜਾਰੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਪਣੇ 52 ਮੰਤਰੀਆਂ ਨੂੰ ਬੁਲਾ ਕੇ ਉਹਨਾਂ ਦਾ ਰਿਪੋਰਟ ਕਾਰਡ ਲੈ ਚੁੱਕੇ ਨੇ। ਉਹਨਾਂ ਤੋਂ ਸਾਰੀ ਜਾਣਕਾਰੀ ਕਿ ਤੁਸੀਂ ਕੀ ਕੀਤਾ, ਕੀ ਨਹੀਂ ਕੀਤਾ, ਅਗਲੀ ਵਾਰ ਕੀ ਕਰੋਗੇ, ਉਹਨਾਂ ਤੋਂ ਉਹ ਸਾਰਾ ਕੁਝ ਪੁੱਛਿਆ। ਤੇ ਇਸੇ ਤਰ੍ਹਾਂ ਇੱਕ ਮੰਤਰੀ ਸੀਗਾ ਜਿਹੜਾ ਮੇਰਾ ਖਿਆਲ ਕਰੋਨਾ ਕਾਲ ਕਰਨੇ ਜਾਂ ਸਿਹਤ ਠੀਕ ਹੋਣ ਕਰਕੇ ਉਹ ਨਹੀਂ ਮਿਲ ਸਕਿਆ, ਪਰ ਬਾਕੀਆਂ ਤੋਂ 52 ਤੋਂ ਉਹਨਾਂ ਨੇ ਰਿਪੋਰਟ ਲਈ ਹੈ, ਜਦੋਂ ਕਿ 80 ਤੋਂ ਵੱਧ ਮੰਤਰੀ ਬਣਾਏ ਜਾ ਸਕਦੇ ਨੇ। ਸੋ ਉਸ ਨੂੰ ਲੈ ਕੇ ਕਵਾਇਦ ਸੀ। ਫਿਰ ਅਮਿਤ ਸ਼ਾਹ ਹੋਰਾਂ ਨਾਲ ਕੱਲ੍ਹ ਲੰਬੀ ਬੈਠਕ ਹੋਈ ਆ, ਉਹਦੇ ਵਿੱਚ ਕਹਿੰਦੇ ਨਵਾਂ ਫਾਰਮੂਲਾ ਕੱਢ ਲਿਆ ਕਿ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ। ਸੰਘ ਦੀਆਂ ਰਿਪੋਰਟਾਂ 'ਤੇ ਚਰਚਾ ਕਰ ਲਈ ਹੈ। ਸੰਘ ਨੇ ਕੁਝ ਨਾਂ ਸੁਝਾਏ ਹੋਏ ਨੇ, ਉਹਨਾਂ ਨਾਵਾਂ 'ਤੇ ਚਰਚਾ ਹੋ ਗਈ ਆ। ਹੋ ਸਕਦਾ ਕੌਮਤਾ ਜੀ ਕਿ ਆਉਂਦੇ 1 ਜਾਂ 2 ਦਿਨਾਂ ਦੇ ਦਰਮਿਆਨ ਹੀ ਕੈਬਨਿਟ 'ਚ ਫੇਰਬਦਲ ਹੋਵੇ, ਕੈਬਨਿਟ 'ਚ ਵਿਸਤਾਰ ਹੋਵੇ ਤੇ ਸਹੁੰ ਚੁੱਕ ਸਮਾਗਮ ਵੀ ਹੋ ਜਾਵੇ। 19 ਤੋਂ ਪਹਿਲਾਂ ਪੂਰੀ ਸੰਭਾਵਨਾ 19 ਤਰੀਕ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਣਾ। ਉਹ ਤੋਂ ਇਹਦੀ ਸੰਭਾਵਨਾ ਕਿੱਥੋਂ ਹੋਰ ਵੱਧਦੀ ਹੈ। ਤੁਸੀਂ ਇਹ ਦੇਖੋ ਕਿ ਜਿਹੜੀ ਨਤੀਸ਼ ਕੁਮਾਰ ਦੀ ਪਾਰਟੀ ਹੈ ਉਹਨੂੰ ਗੱਠਜੋੜ ਦੇ ਵਿੱਚ ਲਿਆ ਕੇ ਹੁਣ ਦੁਬਾਰਾ ਉਹਦੇ 2 ਜਾਂ 3 ਮੰਤਰੀ, 2 ਕੈਬਨਿਟ ਮੰਤਰੀ, ਇੱਕ ਰਾਜ ਮੰਤਰੀ ਲਿਆ ਜਾ ਸਕਦਾ। ਜਿਹੜਾ ਚਿਰਾਗ ਪਾਸਵਾਨ ਵਾਲਾ ਮਸਲਾ ਸੀਗਾ, ਰਾਮ ਵਿਲਾਸ ਪਾਸਵਾਨ ਦੇ ਜਾਣ ਤੋਂ ਬਾਅਦ ਪਹਿਲਾਂ ਸੀਗਾ ਕਿ ਚਿਰਾਗ ਪਾਸਵਾਨ ਲੈ ਲਈਏ, ਹੁਣ ਹੋ ਸਕਦਾ ਉਹਦੇ ਚਾਚੇ ਨੂੰ ਲੈ ਲੈਣ, ਉਹਨੂੰ ਇੱਕ ਲੈ ਕੇ, ਕਿਉਂਕਿ ਕਹਿਣ ਨੂੰ ਐਨਡੀਏ ਦੀ ਸਰਕਾਰ ਹੈ, ਐਨਡੀਏ ਵਾਲਾ ਕੋਈ ਹੈ ਹੀ ਨਹੀਂ ਵਿੱਚ। ਸੋ ਸ਼ਿਵ ਸੈਨਾ ਵੀ ਛੱਡ ਗਈ ਸੀ, ਅਕਾਲੀ ਦਲ ਵੀ ਛੱਡ ਗਿਆ ਸੀ, ਜਿਹੜੇ ਬਾਕੀ ਦਲ ਸੀ ਕੁਝ ਬਾਹਰੋਂ ਸੀ, ਹੁਣ ਉਹਨੂੰ ਲਿਆ ਜਾ ਰਿਹਾ। ਇੱਕ 98 ਹੈ, ਮੈਂ ਖਿਆਲ ਉਹ ਇੱਕ ਧਿਰ ਦੇ ਵਿੱਚੋਂ ਇੱਕੋ ਇੱਕ ਮੰਤਰੀ ਜਿਹੜਾ ਗੱਠਜੋੜ 'ਚੋਂ ਕੋਈ ਹੋਰ ਦਲ 'ਚੋਂ ਨਹੀਂ, ਸਾਰੇ ਬੀਜੇਪੀ ਵਾਲੇ ਹੀ ਆ। ਸੋ ਇਸ ਲਈ ਹੁਣ ਨਤੀਸ਼ ਵਾਲੀ ਪਾਰਟੀ 'ਚੋਂ ਵੀ ਲੈਣੇ ਆ, ਇਹ 'ਚੋਂ ਵੀ ਲੈਣੇ ਆ। ਖਾਸ ਕਰਕੇ ਉਹਨਾਂ ਦੀ ਨਜ਼ਰ ਹੈ ਯੂਪੀ 'ਚੋਂ ਕੁਝ ਮੰਤਰੀ ਲੈਣੇ ਆ, ਅਤੇ ਖਾਸ ਕਰਕੇ ਜੋਤੀ ਰਾਜੇ ਸਿੰਧੀਆ ਨੂੰ ਮੰਤਰੀ ਉਹਦਾ ਦਿੱਤਾ ਜਾ ਸਕਦਾ ਕਿ ਭਾਈ ਲੈ, ਕਿਉਂਕਿ ਕੱਲ੍ਹ ਜੋਤੀ ਰਾਜੇ ਸਿੰਧੀਆ ਆਪਣੇ ਗ੍ਰਹਿ ਹਲਕੇ ਲਈ ਨਿਕਲ ਗਏ ਸੀਗੇ, ਉਹਨਾਂ ਨੂੰ ਵਾਪਸ ਬੁਲਾਇਆ ਕਿ ਤੁਸੀਂ ਦਿੱਲੀ ਤੋਂ ਬਾਹਰ ਨਹੀਂ ਜਾਣਾ। ਇਸੇ ਤਰ੍ਹਾਂ 3 ਤੋਂ 4 ਹੋਰ ਸੰਸਦ ਮੈਂਬਰ ਨੇ ਜਿਨ੍ਹਾਂ ਦਾ ਦਾਅ ਲੱਗ ਸਕਦਾ ਕੈਬਨਿਟ ਦੇ ਵਿੱਚ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਦਿੱਲੀ ਤੋਂ ਬਾਹਰ ਨਹੀਂ ਜਾਣਾ। ਸੋ ਇਸ ਲਈ ਸੰਭਾਵਨਾ ਹੈ ਕੌਮਤਾ ਜੀ ਕੱਲ੍ਹ ਨੂੰ ਜਾਂ ਪਰਸੋਂ ਨੂੰ ਹੀ ਫੇਰਬਦਲ ਹੋ ਜਾਵੇ, ਸਹੁੰ ਚੁੱਕ ਸਮਾਗਮ ਵੀ ਹੋ ਜਾਵੇ। ਅਤੇ ਇਹਦੇ ਵਿੱਚ ਜਿਹੜੇ ਖਾਸ ਕਰਕੇ ਖਬਰ ਉਹ ਇਹ ਹੈ ਕਿ 12 ਦੇ ਕਰੀਬ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ, 8 ਦੇ ਕਰੀਬ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਸੋ ਇਹ ਹੈ ਕਿ ਉਹ 8 ਮੰਤਰੀ ਕਿਹੜੇ, ਕੀ ਉਹਨਾਂ ਦੇ ਵਿੱਚ ਤੋਮਰ ਵੀ ਸ਼ਾਮਲ ਹੈ ਜੀ? ਬਿਲਕੁਲ। ਜਾਂ ਜਿਹੜੇ 12 ਦੇ ਵਿਭਾਗ ਬਦਲੇ ਜਾਣੇ ਆ ਉਹਨਾਂ 'ਚ ਤੋਮਰ ਸ਼ਾਮਲ ਨੇ। ਕੁਝ ਮੰਤਰੀਆਂ ਦੇ ਵਿਭਾਗਾਂ 'ਚ ਫੇਰ ਬਦਲ ਹੋਣਾ। ਇੱਕ ਤਾਂ ਹੁੰਦਾ ਕਿ ਥੋਤੋਂ ਵਿਭਾਗ ਲੈ ਲਿਆ ਪੂਰਾ, ਤੁਹਾਨੂੰ ਕੋਈ ਹੋਰ ਦਿੱਤਾ, ਹੁਣ ਘਰ ਥੱਲੇ ਵਾਲਾ ਦਿੱਤਾ, ਉੱਪਰ ਵਾਲਾ ਦਿੱਤਾ, ਉਹਦੇ ਨਾਲ ਰੈਂਕ ਤੈਅ ਹੁੰਦਾ। ਇੱਕ ਹੁੰਦਾ ਕਿ ਤੁਹਾਡੇ ਕੋਲ ਪਹਿਲਾਂ ਵਾਧੂ ਭਾਰ ਹੈ, ਤੁਹਾਡੇ 'ਚੋਂ ਕੋਈ ਵਿਭਾਗ ਕੱਢ ਕੇ ਕਿਸੇ ਹੋਰ ਨੂੰ ਸੌਂਪਤਾ, ਜਾਂ ਤੁਹਾਨੂੰ ਕੋਈ ਵਾਧੂ ਚਾਰਜ ਦਿੱਤਾ। ਇਹ ਕਈ ਤਰ੍ਹਾਂ ਦੀਆਂ ਉਹ ਫਿਰ ਲੇਅਰ ਹਿਸਾਬ ਨਾਲ ਸੋਚਿਆ ਜਾਂਦਾ। ਸੋ ਇਸ ਲਈ ਇਹ 'ਚੋਂ ਲੱਗ ਰਿਹਾ ਕਿ 8 ਦੇ ਕਰੀਬ ਮੰਤਰੀ ਕੈਬਨਿਟ 'ਚੋਂ ਬਾਹਰ ਆ ਸਕਦੇ ਨੇ, ਉਹਦੀ ਥਾਂ 'ਤੇ ਨਵੇਂ ਚਿਹਰੇ ਵੀ ਆਉਣਗੇ ਅਤੇ ਗਿਣਤੀ ਵਧਣੀ ਵੀ ਆ। ਅਤੇ ਦੂਸਰਾ, ਜੇ 12 ਦੇ ਕਰੀਬ ਮੰਤਰੀਆਂ ਦੇ ਵਿਭਾਗ ਬਦਲਦੇ ਨੇ, ਕੀ ਤੋਮਰ ਆਪਣਾ ਕੈਬਨਿਟ ਬਚਾਉਣ 'ਚ ਕਾਮਯਾਬ ਹੋਣਗੇ, ਜਾਂ ਜਿਹੜੇ ਮੰਤਰੀਆਂ ਦੀ ਛੁੱਟੀ ਹੋਣੀ ਆ ਉਹਨਾਂ ਦੀ ਲਿਸਟ 'ਚ ਖੜੇ ਹੋਣਗੇ। ਪਰ ਚਰਚਾ ਨੇ ਕਿ ਸੰਘ ਨੇ ਇਹ ਸੁਝਾਅ ਜ਼ਰੂਰ ਦਿੱਤਾ ਜੀ ਕਿ ਨਰਿੰਦਰ ਤੋਮਰ ਦੀ ਬਜਾਏ ਹੋਰ ਕੋਈ ਖੇਤੀਬਾੜੀ ਮੰਤਰੀ ਲਿਆਓ ਅਤੇ ਮੁੜ ਕੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੋ ਅਤੇ ਇਸ ਗੱਲ ਨੂੰ ਤਣ ਪੱਤਣ ਲਾਓ। ਜੇਕਰ ਕਿਸਾਨ ਖੁਸ਼ ਹੋਣਗੇ ਤਾਂ ਤੁਸੀਂ ਯੂਪੀ 'ਚ ਬਚਦੇ ਹੋ, ਨਹੀਂ ਯੂਪੀ 'ਚ ਤੁਹਾਡਾ ਭੋਗ ਪਏਗਾ। ਉੱਥੇ ਕਿਤੇ ਨਾ ਕਿਤੇ ਜੋ ਟਕਰਾਅ ਦੀਆਂ ਖਬਰਾਂ ਆ ਰਹੀਆਂ ਨੇ ਕਿ ਮੋਦੀ ਦੀ ਟੀਮ ਦੀ ਅਤੇ ਯੋਗੀ ਦੀ ਟੀਮ ਦਾ ਆਪਸ ਵਿੱਚ ਟਕਰਾਏ, ਉਸ ਨੂੰ ਵੀ ਸੰਘ ਨਿਬੇੜਨਾ ਚਾਹੁੰਦਾ। ਇਸੇ ਲਈ ਸੰਘ ਨੇ ਅਯੋਧਿਆ ਵਾਲਾ ਮਾਮਲਾ ਵੀ ਆਪਣੇ ਹੱਥ ਲਿਆ, ਇਸੇ ਲਈ ਸੰਘ ਨੇ ਯੂਪੀ ਦੀਆਂ ਚੋਣਾਂ ਦਾ ਮਾਮਲਾ ਵੀ ਆਪਣੇ ਹੱਥ 'ਚ ਲਿਆ, ਇਸੇ ਲਈ ਸੰਘ ਕਿਸਾਨ ਵਾਲਾ ਮਾਮਲਾ ਆਪਣੇ ਹੱਥ 'ਚ ਲੈਣਾ ਚਾਹੁੰਦਾ। ਇਸੇ ਲਈ ਸੰਘ ਨੇ 5 ਤੋਂ 7 ਦਿਨ ਦਿੱਲੀ 'ਚ ਬੈਠ ਕੇ ਬੈਠਕਾਂ ਕੀਤੀਆਂ, ਜਿਸ 'ਚ ਕਿਹਾ ਜਾ ਰਿਹਾ ਸੀ ਪ੍ਰਧਾਨ ਮੰਤਰੀ ਨੂੰ, ਅਮਿਤ ਸ਼ਾਹ ਨੂੰ ਤਲਬ ਵੀ ਕੀਤਾ। ਸੋ ਇਹ ਫਾਰਮੂਲੇ ਦੇ ਦਿੱਤੇ ਗਏ ਨੇ ਅਤੇ ਜੀ ਕੱਲ੍ਹ ਨੂੰ ਜਾਂ ਪਰਸੋਂ ਨੂੰ ਹੀ ਕੈਬਨਿਟ ਦੀ ਨਵੀਂ ਰੂਪਰੇਖਾ ਸਾਹਮਣੇ ਆ ਸਕਦੀ ਆ। ਕਿੰਨੇ ਮੰਤਰੀ ਵੱਧਦੇ ਨੇ ਦੇਖਣ ਵਾਲੀ ਗੱਲ ਹੋਏਗੀ। 52 ਤੋਂ ਵਧਾ ਕੇ 81 ਤੱਕ ਜਾ ਸਕਦੇ ਨੇ, ਪਰ ਕਿੰਨੇ ਕੁ ਵਧਾਉਂਦੇ ਨੇ। ਪਹਿਲਾ ਇਹ ਦੂਜੇ ਕਾਰਜਕਾਲ ਦੇ ਵਿੱਚ ਮੋਦੀ ਦੀ ਕੈਬਨਿਟ ਦਾ ਪਹਿਲਾ ਵਿਸਤਾਰ ਹੋਏਗਾ। ਹੁਣ ਉਹਦੇ ਵਿੱਚੋਂ ਸਭ ਤੋਂ ਵੱਧ ਨਜ਼ਰ ਲੋਕਾਂ ਦੀ ਖੇਤੀਬਾੜੀ ਮੰਤਰੀ 'ਤੇ ਹੀ ਆ। ਜੇ ਸੰਘ ਦੀ ਚੱਲੀ ਤਾਂ ਮੰਤਰੀ ਦੀ ਛੁੱਟੀ ਵੀ ਹੋ ਸਕਦੀ ਆ, ਮੰਤਰੀ ਦਾ ਵਿਭਾਗ ਵੀ ਬਦਲਿਆ ਜਾ ਸਕਦਾ ਅਤੇ ਨਵੇਂ ਮੰਤਰੀ ਤੋਂ ਖੇਤੀ ਕਾਨੂੰਨ ਵਾਲਾ ਮਾਮਲਾ ਹੱਲ ਵੀ ਕਰਵਾਇਆ ਜਾ ਸਕਦਾ, ਤਾਂ ਕਿ ਕਿਸਾਨਾਂ ਨੂੰ ਵੀ ਰਾਹਤ ਮਿਲੇ ਅਤੇ ਸਰਕਾਰ ਦੀ ਜਾਨ ਵੀ ਛੁੱਟ ਜਾਵੇ।